ਦੋਸਤੋ ਜੇ ਤੁਸੀਂ ਅਮਰੀਕਾ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਭਾਵੇਂ ਤੁਸੀਂ ਨਵੇਂ ਇਮੀਗ੍ਰੈਂਟ ਹੋ ਭਾਵੇਂ ਪੁਰਾਣੇ ਇਮੀਗ੍ਰੈਂਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਕਾਰੋਬਾਰ ਤੇ ਜੌਬ ਤੇ ਔਰ ਆਪਣੀ ਸੋਸ਼ਲ ਲਾਈਫ 'ਚ ਕਾਮਯਾਬ ਹੋਵੋ ਤੇ ਚਾਰ ਚੀਜ਼ਾਂ ਤੇ ਤੁਸੀਂ ਅਮਲ ਕਰਨਾ ਹੈ। ਇਹ ਡਿਫਰੈਂਟ ਮਾਸ਼ਰਾ ਹੈ, ਡਿਫਰੈਂਟ ਸਿਸਟਮ ਨੇ, ਡਿਫਰੈਂਟ ਰਵੱਈਏ ਨੇ। ਇਹ ਚਾਰ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਪਹਿਲੀ ਚੀਜ਼ ਹੈਗੀ ਹੈ ਟਾਈਮ ਦੀ ਪਾਬੰਦੀ। ਇੱਥੇ ਟਾਈਮ ਦੀ ਪਾਬੰਦੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ। ਅਸੀਂ ਇਹਦੇ ਆਦੀ ਨਹੀਂ ਹੁੰਦੇ ਨਾ, ਇਸ ਵਾਸਤੇ ਅਸੀਂ ਅੱਜ ਡਿਸਕਸ ਕਰ ਰਹੇ ਹਾਂ। ਟਾਈਮ ਤੇ ਪਹੁੰਚਣਾ। ਤੁਸੀਂ ਜੌਬ ਤੇ ਹੋ, ਬਿਜ਼ਨਸ ਤੇ ਹੋ, ਜਾਂ ਤੁਸੀਂ ਕਿਸੇ ਨਾਲ ਦੋਸਤੀ ਹੈ, ਤੁਹਾਡੀ ਸ਼ਾਦੀ ਤੇ ਜਾਣਾ, ਪਾਰਟੀ ਤੇ ਜਾਣਾ, ਇਹਨੂੰ ਇੰਨਾ ਕੁ ਬੁਰਾ ਸਮਝਿਆ ਜਾਂਦਾ, ਇੰਨਾ ਕੁ ਡਿਸਰਿਸਪੈਕਟਫੁਲ ਸਮਝਿਆ ਜਾਂਦਾ ਕਿ ਜੇ ਤੁਸੀਂ ਕੰਮ ਤੇ ਟਾਈਮ ਤੇ ਨਹੀਂ ਆ ਰਹੇ ਤੁਹਾਨੂੰ ਵਾਰਨਿੰਗ ਦੇਣਗੇ, ਲੇਕਿਨ ਬਹੁਤ ਬੁਰੀ ਨਜ਼ਰ ਨਾਲ ਤੁਹਾਨੂੰ ਦੇਖਣਗੇ ਔਰ ਫਿਰ ਇੱਕ ਦਿਨ ਤੁਹਾਡੀ ਛੁੱਟੀ ਕਰਵਾ ਦਿੱਤੀ ਜਾਏਗੀ। ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਸੀਂ ਬਿਜ਼ਨਸ ਡੀਲ ਕਰਨ ਜਾ ਰਹੇ ਹੋ, ਤੁਸੀਂ ਬਿਜ਼ਨਸ ਖੋਲ੍ਹਦੇ ਲੇਟ ਹੋ, ਤੁਸੀਂ ਮਤਲਬ ਬਿਜ਼ਨਸ ਦੇ ਮੁਤਲਕ ਜੋ ਤੁਹਾਡੀ ਟਾਈਮਿੰਗ ਹੈ ਉਹ ਸੈੱਟ ਹੀ ਨਹੀਂ ਹੋ ਰਹੀ। ਮਿਸਾਲ ਦੇ ਤੌਰ ਤੇ ਤੁਸੀਂ ਟੈਕਸੀ ਚਲਾਉਂਦੇ ਹੋ, ਹੁਣ ਤੁਹਾਨੂੰ ਕੋਈ ਬੁਲਾਉਂਦਾ ਹੈ, ਤੁਸੀਂ ਉੱਥੇ ਲੇਟ ਜਾਂਦੇ ਹੋ, ਇੱਕ ਦਫਾ ਤੇ ਸ਼ਾਇਦ ਕੋਈ ਮਾਫੀ ਦੇ, ਦੂਜੀ ਦਫਾ ਕਿਸੇ ਨੇ ਮਾਫੀ ਨਹੀਂ ਦੇਣੀ। ਤੁਸੀਂ ਰੈਸਟੋਰੈਂਟ ਖੋਲ੍ਹਦੇ ਹੋ, ਤੁਹਾਡਾ ਟਾਈਮ ਹੈਗਾ ਜਨਾਬ 10 ਵਜੇ ਖੋਲ੍ਹਣ ਦਾ, ਤੁਸੀਂ 10:30 ਪੌਣੇ 11 ਖੋਲ੍ਹ ਰਹੇ ਹੋ। ਨਾ ਨਾ ਨਾ, ਟਾਈਮ ਦੀ ਪਾਬੰਦੀ ਦੇ ਉੱਤੇ ਤੇ ਕੋਈ ਕੰਪਰੋਮਾਈਜ਼ ਹੈ ਨਹੀਂ। ਮੈਂ ਗੋਰਿਆਂ ਨੂੰ, ਆਪਣੇ ਗੋਰੇ ਦੋਸਤ, ਟਾਈਮ ਦੀ ਪਾਬੰਦੀ ਨਾ ਕਰਨ ਤੇ ਛੱਡਦਿਆਂ ਦੇਖੇ ਨੇ ਕਿ ਨਹੀਂ ਯਾਰ ਟਾਈਮ ਤੇ ਨਹੀਂ ਆਉਂਦਾ, ਬਸ ਠੀਕ ਹੈ। ਇੱਕ ਦੋ ਦਫਾ ਤੇ ਬੰਦਾ ਚਲੋ ਮਜ਼ਾਕ 'ਚ ਕਰ ਦਿੰਦੇ ਨੇ। ਇਸ ਵਾਸਤੇ ਤੁਹਾਡੀ ਸੋਸ਼ਲ ਲਾਈਫ ਜਿਹੜੀ ਹੈ ਉਹ ਵੀ ਇਹਦੀ ਵਜ੍ਹਾ ਨਾਲ ਬਹੁਤ ਡਿਸਟਰਬ ਹੁੰਦੀ ਹੈ। ਔਰ ਸਪੈਸ਼ਲੀ ਉਹ ਲੋਕ ਜਿਹੜੇ ਇੱਥੇ ਲੰਬੇ ਅਰਸੇ ਤੋਂ ਰਹਿ ਰਹੇ ਨੇ ਉਹ ਵੀ ਇਹਦੇ ਆਦੀ ਹੋ ਚੁੱਕੇ ਹੁੰਦੇ ਨੇ। ਉਹ ਜਦੋਂ ਕੋਈ ਨਵਾਂ ਬੰਦਾ ਆਉਂਦਾ ਜਾਂ ਕੋਈ ਐਸਾ ਬੰਦਾ ਵਿੱਚ ਹੁੰਦਾ ਜਿਹੜਾ ਟਾਈਮ ਦਾ ਪਾਬੰਦ ਨਹੀਂ ਹੁੰਦਾ, ਉਹਦੇ ਨਾਲ ਵੀ ਉਹਨਾਂ ਦੀਆਂ ਮੁਸ਼ਕਲਾਂ ਬਣਦੀਆਂ ਨੇ, ਭਾਵੇਂ ਉਹ ਦੋਵੇਂ ਸਾਰੇ ਇੱਕੋ ਹੀ ਮੁਲਕ ਤੋਂ ਕਿਉਂ ਨਾ ਹੋਣ। ਇਸ ਵਾਸਤੇ ਟਾਈਮ ਦੀ ਪਾਬੰਦੀ ਅਮਰੀਕਾ ਦੇ ਵਿੱਚ ਬਹੁਤ 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 ਜ਼ਰੂਰੀ ਹੈ। ਇਸ ਵਾਸਤੇ ਇਹਨੂੰ ਮੈਂ ਨੰਬਰ 1 ਤੇ ਰੱਖਿਆ। ਨੰਬਰ 2 ਤੇ ਜਨਾਬੇ ਅੱਲਾ ਜਵਾਬ ਦੇਣਾ। ਜਵਾਬ ਕਿਸ ਚੀਜ਼ ਦਾ ਦੇਣਾ? ਟੈਕਸਟ ਮੈਸੇਜ ਦਾ ਦੇਣਾ, ਈਮੇਲ ਦਾ ਜਵਾਬ ਦੇਣਾ, ਫੋਨ ਦਾ ਜਵਾਬ ਦੇਣਾ। ਇਹਨੂੰ ਵੀ ਬਹੁਤ ਬੁਰਾ ਸਮਝਿਆ ਜਾਂਦਾ ਕਿਉਂਕਿ ਤੁਹਾਨੂੰ ਟੈਕਸਟ ਮੈਸੇਜ ਕਰਿਓ ਤੁਸੀਂ ਉਹਦਾ ਜਵਾਬ ਹੀ ਨਾ ਦਿਓ। ਪੂਰਾ 24 ਘੰਟੇ ਲੰਘ ਜਾਂਦੇ ਤੁਸੀਂ ਜਵਾਬ ਹੀ ਨਹੀਂ ਦੇ ਰਹੇ, ਈਮੇਲ ਦਾ ਜਵਾਬ ਨਹੀਂ ਦੇ ਰਹੇ। ਇਹਨੂੰ ਇੱਥੇ ਬਹੁਤ ਬੁਰਾ ਸਮਝਿਆ ਜਾਂਦਾ। ਭਾਵੇਂ ਤੁਸੀਂ ਜੌਬ ਕਰ ਰਹੇ ਹੋ, ਭਾਵੇਂ ਤੁਸੀਂ ਬਿਜ਼ਨਸ ਕਰ ਰਹੇ ਹੋ, ਭਾਵੇਂ ਕੋਈ ਤੁਹਾਡਾ ਦੋਸਤ ਹੈ। ਦੇਖੋ ਤੁਸੀਂ ਜਿਹੜੇ ਲੋਕ ਇੱਥੇ ਕੰਮ ਕਰਦੇ ਨੇ ਔਰ ਈਮੇਲ ਕਰਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਤੁਸੀਂ ਕਿਸੇ ਨੂੰ ਈਮੇਲ ਕਰਦੇ ਹੋ, ਅੱਗੋਂ ਉਹਦੀ ਆਟੋਮੇਟਿਡ ਈਮੇਲ ਆਉਂਦੀ ਹੈ ਕਿ ਭਈ ਮੈਂ ਅਵੇਲੇਬਲ ਨਹੀਂ, ਮੈਂ 2 ਦਿਨ ਵਾਸਤੇ 4 ਦਿਨ ਵਾਸਤੇ ਦਫ਼ਤਰੋਂ ਬਾਹਰ ਹਾਂ, ਆਪਣੇ ਡੈਸਕ ਤੋਂ ਅਵੇ ਹਾਂ, ਇਸ ਵਾਸਤੇ ਮੈਂ ਤੈਨੂੰ ਜਵਾਬ ਨਹੀਂ ਦੇ ਸਕਦਾ, ਆ ਕੇ ਜਵਾਬ ਦਾਂਗਾ ਜਾਂ ਦਾਂਗੀ। ਇਹ ਕੀ ਹੈ? ਇਹ ਰਿਸਪੈਕਟ ਹੈ। ਇਹ ਤੁਹਾਡੀ ਰਿਸਪੈਕਟ ਹੋ ਰਹੀ ਹੈ ਕਿ ਵੀ ਹਾਂ ਵੀ ਇਹ ਨਾ ਹੋਵੇ ਕਿ ਮੈਂ ਚਲੀ ਜਾਵਾਂ ਜਾਂ ਚਲਾ ਜਾਵਾਂ ਔਰ ਪਿੱਛੋਂ ਜਵਾਬ ਹੀ ਕੋਈ ਨਾ ਦੇਵੇ। ਨੋ ਵੇ। ਇਸ ਚੀਜ਼ ਨੂੰ ਬੜੀ ਇੰਪੋਰਟੈਂਸ ਦਿੰਦੇ। ਇਸ ਵਾਸਤੇ ਜਦੋਂ ਕੋਈ ਤੁਹਾਨੂੰ ਮੈਸੇਜ ਕਰਦਾ ਉਹਦਾ ਜਵਾਬ ਦਿਓ, ਈਮੇਲ ਦਾ ਜਵਾਬ ਦਿਓ। ਫੋਨ ਕਾਲ ਤੇ ਡਾਇਰੈਕਟ ਇੱਥੇ ਕੋਈ ਕਰਦਾ ਨਹੀਂ ਕਿਉਂਕਿ ਸਭ ਨੂੰ ਪਤਾ ਕਿ ਯਾਰ ਹਰ ਬੰਦਾ ਬਿਜ਼ੀ ਹੈ। ਫੋਨ ਕਾਲ ਤੇ ਉਹਨੇ ਉਦੋਂ ਹੀ ਜਵਾਬ ਦੇਣਾ ਜਦੋਂ ਅਸੀਂ ਉਹਦੇ ਨਾਲ ਟੈਕਸਟ ਮੈਸੇਜ ਤੋਂ ਪਹਿਲੇ ਗੱਲ ਕਰ ਲਈ ਹੋਵੇ। ਇਹ ਜਿਹੜੇ ਪਹਿਲੇ 2 ਅਸੂਲ ਨੇ ਨਾ, ਇਹਨਾਂ ਤੇ ਅਮਲ ਕਰਕੇ ਮੈਂ ਯਕੀਨ ਕਰੋ ਆਪਣੇ ਕਾਰੋਬਾਰ ਨੂੰ ਖੜਾ ਕੀਤਾ ਔਰ ਕਾਮਯਾਬ ਖੜਾ ਕੀਤਾ ਹੈ, ਕਿਉਂਕਿ ਇਹ 2 ਚੀਜ਼ਾਂ ਉੱਤੇ ਮਾਫੀ ਨਹੀਂ। ਤੀਸਰੀ ਚੀਜ਼ ਹੈਗੀ ਜਨਾਬ ਅੱਲਾ ਕਮਿਟਮੈਂਟ। ਜਿਹੜੀ ਤੁਹਾਨੂੰ ਕੋਈ ਆਪਣਾ ਮਿਲੀ ਹੈ, ਕੋਈ ਵੀ ਟਾਰਗੇਟ ਮਿਲਿਆ, ਤੁਸੀਂ ਜੌਬ ਕਰਦੇ ਹੋ, ਤੁਹਾਨੂੰ ਕੋਈ ਅਪਾਇੰਟਮੈਂਟ ਆਪਣੇ ਅਸਾਈਨਮੈਂਟ ਮਿਲੀ ਹੈ, ਉਹ ਤੁਸੀਂ ਟਾਈਮ ਤੇ ਪੂਰੀ ਕਰਨੀ ਹੈ। ਅਗਰ ਬਾਰ-ਬਾਰ ਡਿਲੇ ਕਰੋਗੇ ਆਪਣੀ ਜੌਬ ਖਤਰੇ 'ਚ ਪਾ ਲੋਗੇ। ਬਿਜ਼ਨਸ ਕਰ ਰਹੇ ਹੋ, ਤੁਹਾਨੂੰ ਉਹਨਾਂ ਨੇ ਕੋਈ ਬਿਜ਼ਨਸ ਦਿੱਤਾ ਹੈ, ਅਗਰ ਤੁਸੀਂ ਉਹਦੇ 'ਚ ਡਿਲੇ ਕਰਤਾ, ਬਸ ਫਰਕ ਫਿਰ ਤੁਹਾਡੇ ਨਾਲ ਨਹੀਂ ਕਿਸੇ ਨੇ ਆਉਣਾ। ਬਿਜ਼ਨਸ ਕਮਿਟਮੈਂਟ ਜਿਹੜੀ ਨਾ ਬੋਲ, ਤੁਸੀਂ ਹੁਣ ਦੋਸਤ ਹੋ, ਤੁਸੀਂ ਕਿਸੇ ਤੁਹਾਨੂੰ ਕੋਈ ਪਾਰਟੀ ਤੇ ਬੁਲਾਉਂਦਾ ਹੈ, ਤੁਸੀਂ ਨਹੀਂ ਜਾਂਦੇ, ਜਾਂ ਕੋਈ ਤੁਸੀਂ ਐਸੀ ਗੱਲ ਮੂੰਹ ਕਹੀਏ ਕਿ ਵੀ ਮੈਂ ਤੇਰਾ ਕਰਾਂਗਾ ਔਰ ਤੁਸੀਂ ਨਹੀਂ ਕਰਦੇ, ਬਸ ਇੱਕ ਅੱਧੀ ਦਫਾ ਤਾਂ ਕੋਈ ਚਾਂਸ ਦੇ ਦੇਗਾ, ਲੇਕਿਨ ਇੱਥੇ ਕਮਿਟਮੈਂਟ ਨੂੰ ਪੂਰਾ ਨਾ ਕਰਨੇ ਨੂੰ ਬੜਾ ਬਹੁਤ ਹੀ ਮਾਯੂਬ ਸਮਝਿਆ ਜਾਂਦਾ ਹੈ। ਸਾਡੇ ਮਾਸ਼ਰੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਦੇ ਅਸੀਂ ਆਦੀ ਹੁੰਦੇ ਹਾਂ। ਇਸ ਵਾਸਤੇ ਚੱਲ ਜਾਂਦਾ, ਉਹ ਯਾਰ ਬੰਦਾ ਨਹੀਂ ਆਇਆ, ਯਾਰ ਉਹ ਹੋ ਗਿਆ, ਉਹ ਮਸਲਾ ਬਣ ਗਿਆ, ਬਿਮਾਰ ਹੋ ਗਏ, ਯਾਰ ਬੱਤੀ ਨਹੀਂ ਸੀ ਆ ਰਹੀ, ਫਲਾਣਾ ਹੋ ਗਿਆ, ਤੇ ਤੁਹਾਡਾ ਜਨਾਬ ਇਹ ਮਾਲ ਨਹੀਂ ਬਣਿਆ। ਇੱਥੇ ਨਾ, ਕਿਉਂਕਿ ਇੱਥੇ ਕੋਈ ਐਸੀ ਚੀਜ਼ ਨਹੀਂ ਹੈਗੀ। ਇੱਥੇ ਸਿੱਧਾ ਮੂੰਹ ਤੇ ਕਹਿਣਾ ਕਿ ਵੀ ਇੰਨੇ ਦਿਨਾਂ 'ਚ ਨਹੀਂ ਬਣ ਸਕਦਾ, ਇਹ ਚੀਜ਼ ਨਹੀਂ ਹੋ ਸਕਦੀ, ਮੈਂ ਇਹ ਕੰਮ ਨਹੀਂ ਕਰ ਸਕਦਾ, ਤਾਂ ਕਿ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹ ਮੁਤਾਸਰ ਨਾ ਹੋਵੇ। ਔਰ ਚੌਥੀ ਚੀਜ਼ ਹੈ ਜਨਾਬ ਆਲਾ, ਜਿਹੜੀ ਇਹ ਸਾਰੀਆਂ ਚੀਜ਼ਾਂ ਦੀ ਮਾਂ ਹੈ, ਉਹ ਹੈ ਬੀ ਨਾਈਸ। ਬੀ ਨਾਈਸ ਰਹਿਣਾ, ਹਰ ਬੰਦੇ ਨਾਲ ਨਾਈਸ ਰਹਿਣਾ। ਮੈਂ ਇੱਥੇ ਦੇਖਿਆ ਗੋਰਿਆਂ ਨੂੰ ਪਾਕਿਸਤਾਨੀ ਇੰਡੀਅਨ ਲੋਕਾਂ ਦੀ ਤਾਰੀਫ ਕਰਦੇ ਆ ਕਿ ਯਾਰ ਫਲਾਣਾ ਬਹੁਤ ਅੱਛਾ। ਕੀ ਹੈ? ਉਹ ਪਾਕਿਸਤਾਨੀ ਇੰਡੀਅਨ ਲੋਕ ਇਸ ਚੀਜ਼ ਨੂੰ ਸਮਝ ਗਏ ਨੇ ਕਿ ਯਾਰ ਇੱਥੇ ਨਾਈਸ ਰਹਿਣਾ, ਔਰ ਉਹਨਾਂ ਦੀਆਂ ਮੈਂ ਤਾਰੀਫਾਂ ਗੋਰਿਆਂ ਕੋਲੋਂ ਸੁਣਨਾ, ਯਾਰ ਬਹੁਤ ਨਾਈਸ, ਬਹੁਤ ਅੱਛੇ ਨੇ, ਬਹੁਤ ਅੱਛੇ ਨੇ। ਜਿਹੜਾ ਬੰਦਾ ਇੱਥੇ ਰੂਡ ਹੋਏਗਾ ਨਾ, ਉਹ ਆਪਣੀ ਕਾਮਯਾਬੀ, ਆਪਣੀ ਸੋਸ਼ਲ ਲਾਈਫ, ਹਰ ਚੀਜ਼ ਦੇ ਵਿੱਚ ਰੋੜੇ ਅਟਕਾਏਗਾ, ਹਰ ਚੀਜ਼ ਉਹਦੇ ਵਾਸਤੇ ਮੁਸ਼ਕਿਲ ਬਣ ਜਾਏਗੀ। ਉਹਨੂੰ ਇੱਥੇ ਨਾਈਸ ਹੋਣਾ ਪਏਗਾ, ਕਿਉਂਕਿ ਨਾਈਸ ਦੇਖੋ, ਥੈਂਕ ਯੂ ਕਰਨਾ, ਅਪੋਲੋਜਾਈਜ਼, ਜਨਾਬ ਸੋਰੀ, ਦਰਵਾਜ਼ੇ ਖੋਲ੍ਹਣਾ, ਔਰ ਅਗਰ ਤੁਸੀਂ ਇਕੱਠੇ ਕੰਮ ਕਰ ਰਹੇ ਹੋ, ਕਾਰੋਬਾਰ ਕਰ ਰਹੇ ਹੋ, ਮੁਸਕਰਾ ਕੇ ਮਿਲਣਾ, ਅਗਲੇ ਦੀ ਪੂਰੀ ਗੱਲ ਸੁਣਨਾ ਸੋਰੀ, ਇੱਥੇ ਅਗਲੇ ਦੀ ਪੂਰੀ ਗੱਲ ਸੁਣਨ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ। ਇਹ ਨਹੀਂ ਕਿ ਮੇਰੀ ਗੱਲ ਸੁਣੀ ਜਾਓ, ਅਗਲੇ ਗੱਲ ਕਰ ਉਹਦੀ ਗੱਲ ਕੱਟ ਕੇ ਆਪਣੀ ਗੱਲ ਸ਼ੁਰੂ ਕਰ ਦਿਓ। ਇੱਥੇ ਇਹਨੂੰ ਬੁਰਾ ਸਮਝਿਆ ਜਾਂਦਾ ਹੈ। ਔਰ ਜਿਹੜੇ ਲੋਕ ਪੁਰਾਣੇ ਰਹਿ ਰਹੇ ਉਹਨਾਂ ਨੂੰ ਪਤਾ ਹੈ ਔਰ ਉਹਨਾਂ ਨੇ ਇਸ ਚੀਜ਼ਾਂ ਨੂੰ ਅਪਣਾਇਆ ਹੈ ਔਰ ਉਹ ਕਾਮਯਾਬ ਨੇ।
ਜਿਹੜਾ ਇਹਨੂੰ ਨਹੀਂ ਅਪਣਾਉਂਦਾ ਉਹ ਆਪਣੇ ਲੋਕਾਂ ਤੋਂ ਵੀ ਦੂਰ ਹੁੰਦਾ ਜਾਂਦਾ ਹੈ। ਆਪਣੇ ਲੋਕ ਵੀ ਆਸਤਾ ਆਸਤਾ ਕਿਉਂਕਿ ਇਸ ਚੀਜ਼ ਦੇ ਆਦੀ ਹੋ ਜਾਂਦੇ ਨੇ, ਉਹ ਵੀ ਆਸਤਾ ਆਸਤਾ ਦੂਰ ਕਰਦੇ ਜਾਂਦੇ ਨੇ। ਤੇ ਇਹ 4 ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ। ਬੀ ਨਾਈਸ ਜਿਹੜਾ ਨਾ, ਅੱਛਾ ਰਹਿਣਾ, ਖੁਸ਼ ਅਖਲਾਕ ਰਹਿਣਾ, ਮੁਸਕਰਾਉਂਦੇ ਰਹਿਣਾ, ਕਿਸੇ ਦੇ ਕੰਮ ਆਣਾ, ਇਹ ਇੱਥੇ ਬਹੁਤ ਜ਼ਰੂਰੀ ਜੇ ਉਸ ਬੰਦਾ ਉਹ ਤਾਂ ਕਿਧਰੇ ਵੀ ਹੋਵੇ ਉਹ ਕਾਮਯਾਬ ਹੈ, ਲੇਕਿਨ ਇਸ ਮਾਸ਼ਰੇ 'ਚ ਉਹ ਬਹੁਤ ਹੀ ਕਾਮਯਾਬ ਹੈ। ਥੈਂਕ ਯੂ ਸੋ ਮਚ।